ਮੇਰਾ ਨਾਮ ਡਾਕਟਰ ਹਰਕੇਸ਼ ਸਿੰਘ ਸੰਧੂ ਹੈ ਅਤੇ ਮੈਂ ਕੈਲੀਫੋਰਨੀਆ ਦੇ ਵਿੱਚ ਰਹਿੰਦਾ ਅਤੇ ਇੰਟਰਨਲ ਮੈਡੀਸਨ ਮੇਰੀ ਸਪੈਸ਼ਲਿਟੀ ਹੈ। ਪਿਛਲੇ ਸਾਲ ਤੋਂ ਜਦੋਂ ਤੋਂ ਕੋਵਿਡ ਦੀ ਬਿਮਾਰੀ ਦਾ ਪਤਾ ਲੱਗਿਆ ਅਤੇ ਉਸ ਵਕਤ ਤੋਂ ਹੀ ਹਰ ਇੱਕ ਦੇ ਮਨ ਦੇ ਵਿੱਚ ਇਸ ਬਾਰੇ ਸੀ ਕਿ ਕਿਵੇਂ ਅਤੇ ਕਦੋਂ ਇਸ ਦੇ ਬਾਰੇ ਇਲਾਜ ਨਿਕਲੇਗਾ। ਜਿਵੇਂ ਆਪਾਂ ਜਾਣਦੇ ਹੀ ਹਾਂ ਕਿ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਇਹ ਬਿਮਾਰੀ ਫੈਲੀ ਅਤੇ ਮਿਲੀਅਨਸ ਦੇ ਲੋਕ ਜਿਹੜੇ ਇਹਦੇ ਨਾਲ ਅਫੈਕਟਡ ਹੋਏ ਅਤੇ ਹੁਣ ਤੱਕ 500,000 ਤੋਂ ਜ਼ਿਆਦਾ ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ ਅਤੇ ਇਹ ਹਾਲੇ ਵੀ ਬਿਮਾਰੀ ਜਿਹੜੀ ਆ ਸਾਡੇ ਨਾਲ ਹੈ, ਸਾਲ ਤੋਂ ਉੱਪਰ ਹੋ ਗਿਆ ਅਤੇ ਪਰ ਉਸ ਦੇ ਬਾਰੇ ਇਲਾਜ ਦੇ ਲਈ ਹੁਣ ਜਿਵੇਂ ਇੰਜੈਕਸ਼ਨਸ ਜਿਹੜੇ ਵੈਕਸੀਨਸ ਨੇ ਉਹ ਨਿਕਲੇ ਨੇ, ਆਪਾਂ ਉਹਨਾਂ ਦੇ ਬਾਰੇ ਗੱਲ ਕਰਾਂਗੇ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਤਕਰੀਬਨ ਪਿਛਲੇ ਸਾਲ ਤੋਂ ਹੀ ਮੈਂ ਨਰਸਿੰਗ ਹੋਮਸ ਦੇ ਵਿੱਚ ਕੰਮ ਕਰਦਾ ਅਤੇ ਮੇਰੇ ਅੰਡਰ 5 ਨਰਸਿੰਗ ਹੋਮਸ ਨੇ ਜਿਨ੍ਹਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਕੋਵਿਡ ਜਿਹੜੀ ਬਿਮਾਰੀ 90 ਤੋਂ ਲੈ ਕੇ 100% ਤੱਕ ਜਿਹੜੇ ਮਰੀਜ਼ਾਂ ਨੂੰ ਹੋਈ, ਉਹ ਹੋਈ ਇਸ ਸੈਕੰਡ ਦੌਰ ਦੇ ਵਿੱਚ। ਪਹਿਲੀ ਟਰਮ ਦੇ ਵਿੱਚ ਅਸੀਂ ਬਚ ਗਏ ਸੀ। ਸੈਕੰਡ ਵਾਰੀ ਦੇ ਵਿੱਚ ਜਦੋਂ ਸੈਕੰਡ ਵੇਵ ਆਈ ਉਹਦੇ ਨਾਲ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਸਾਡੀਆਂ ਵਾਰੋ ਵਾਰੀ ਅਫੈਕਟਡ ਹੁੰਦੀਆਂ ਰਹੀਆਂ ਅਤੇ ਹੁਣ ਵੀ ਜਿੱਦਾਂ ਵੈਕਸੀਨ ਵੀ ਆ ਗਿਆ ਸੀ ਅਤੇ ਪਰ ਉਸ ਦੇ ਦੌਰਾਨ ਵੀ 2 ਫੈਸਿਲਿਟੀਆਂ ਜਿਹੜੀਆਂ ਸੀਗੀਆਂ ਮੇਰੇ ਅੰਡਰ ਉਹਦੇ ਵਿੱਚ ਕੋਵਿਡ ਸੀ ਅਤੇ ਸੋ ਤਾਂ ਕਹਿ ਲਓ ਕਿ ਪਿਛਲੇ 6-7 ਮਹੀਨੇ ਜਿਹੜੇ ਆ ਕੋਵਿਡ ਦੇ ਨਾਲ ਹੀ ਗੁਜ਼ਾਰੇ ਨੇ। ਸੋ ਪਰ ਇਹੀ ਸੀ ਕਿ ਪਰਹੇਜ਼ ਅਤੇ ਬਚਾਅ ਜਿਹੜਾ ਕਰਨਾ ਬਹੁਤ ਜ਼ਰੂਰੀ ਸੀ। ਇਸੇ ਕਰਕੇ ਹੀ ਹੋ ਸਕਦਾ ਹੈ ਜਾਂ ਬਾਕੀ ਉਸ ਮਾਲਕ ਦੀ ਮਿਹਰ ਹੈ ਰਹੀ ਅਤੇ ਕੋਵਿਡ ਦੀ ਬਿਮਾਰੀ ਤੋਂ ਤਾਂ ਬਚ ਗਏ। ਪਰ ਅਸੀਂ ਜਿਸ ਤਰ੍ਹਾਂ ਹੁਣ ਸਾਰੇ ਹੀ ਨਰਸਿੰਗ ਹੋਮਸ ਦੇ ਵਿੱਚ ਜਿੰਨੇ ਮਰੀਜ਼ ਨੇ ਜਾਂ ਜਿੰਨਾ ਸਟਾਫ ਹੈ ਇਸੇ ਤਰ੍ਹਾਂ ਹੀ ਹਸਪਤਾਲਾਂ ਦੇ ਵਿੱਚ ਨੇ ਜਿਹੜੇ ਉਹਨਾਂ ਨੂੰ ਵੈਕਸੀਨ ਲੱਗ ਚੁੱਕਿਆ। ਤਕਰੀਬਨ ਕਹਿ ਲਓ 70-80% ਲੋਕਾਂ ਨੇ ਇਹ ਵੈਕਸੀਨ ਉਹਨਾਂ ਦੇ ਵਿੱਚ ਲਵਾ ਲਿਆ ਹੈ ਅਤੇ ਕੁਛ ਜਿਹੜੇ ਨੇ ਪਹਿਲੀ ਵਾਰੀ ਨਹੀਂ ਲਵਾਇਆ, ਜਿਨ੍ਹਾਂ ਨੇ ਉਹ ਥੋੜ੍ਹੇ ਜਿਹੇ ਡਿਲੇ ਹੋ ਗਏ ਜਾਂ ਹਾਲੇ ਸਾਡੀ ਜਿੰਨਾਂ ਫੈਸਿਲਿਟੀਜ਼ ਦੇ ਵਿੱਚ ਦੋਵਾਂ ਦੇ ਵਿੱਚ ਹਾਲੇ ਕੋਵਿਡ ਚੱਲ ਰਿਹਾ ਸੀ, ਜਿੰਨਾ ਚਿਰ ਉਹ ਨਹੀਂ ਸੀ ਕੰਪਲੀਟ ਹੋਇਆ ਉਹਨਾਂ ਚਿਰ ਅਸੀਂ ਉਹਨਾਂ ਨੂੰ ਡਿਲੇ ਕਰ ਦਿੱਤਾ ਸੀ। ਸੋ 2 ਤਰ੍ਹਾਂ ਦੇ ਵੈਕਸੀਨ ਜਿਹੜੇ ਪਹਿਲਾਂ ਆਏ, ਮੋਡਰਨਾ ਅਤੇ ਫਾਈਜ਼ਰ, ਦੋਨੋਂ ਹੀ ਵੈਕਸੀਨ ਜਿਹੜੇ ਨੇ ਉਹਨਾਂ ਦੇ ਵਿੱਚ ਮੈਸੇਂਜਰ RNA ਇੱਕ ਹੁੰਦੀ ਹੈ, ਪ੍ਰੋਟੀਨ ਹੈ ਇਹ, ਉਹ ਦੇ ਬੇਸਡ ਇਹ ਸੀ। ਇਹ ਪਹਿਲੀ ਵਾਰੀ ਇਹ ਰਿਸਰਚ ਹੋਈ ਇਸ ਹਿਸਾਬ ਦੇ ਨਾਲ ਇਹਨਾਂ ਦੋਨਾਂ ਕੰਪਨੀਆਂ ਦੇ ਵੱਲੋਂ ਵੈਕਸੀਨ ਆਇਆ। ਉਹ ਜਿਹੜੇ ਵੈਕਸੀਨ ਨੇ ਜਿਹੜੇ ਮੋਡਰਨਾ ਅਤੇ ਫਾਈਜ਼ਰ ਦੇ ਨੇ, ਸੋ ਮੈਂ ਫਾਈਜ਼ਰ ਦਾ ਲਗਵਾਇਆ ਅਤੇ ਕੁਛ ਲੋਕਾਂ ਨੇ ਮੋਡਰਨਾ ਦੇ ਲਵਾਏ ਨੇ, ਪਰ ਜ਼ਿਆਦਾ ਲੋਕ ਜਿਹੜੇ ਸਾਡੇ ਪਹਿਲਾਂ ਸੀਗਾ ਫਾਈਜ਼ਰ ਦੇ ਆ ਗਏ ਸੀ, ਉਸ ਤਰ੍ਹਾਂ ਉਹ ਲਗਾਏ ਨੇ। ਅਤੇ ਫਾਈਜ਼ਰ ਦਾ ਜਿਹੜਾ ਵੈਕਸੀਨ ਆ ਉਹਦੇ ਵਿੱਚ ਜਿਹੜਾ 2 ਸ਼ਾਟ ਲੱਗਦੇ ਨੇ, ਜਿਸ ਤਰ੍ਹਾਂ ਮੋਡਰਨਾ ਦੇ ਵਿੱਚ ਵੀ ਲੱਗਦੇ ਨੇ। ਫਾਈਜ਼ਰ ਦਾ ਜਿਹੜਾ ਸੈਕੰਡ ਵੈਕਸੀਨ ਆ ਉਹ 3 ਹਫ਼ਤਿਆਂ ਦੇ ਬਾਅਦ ਲੱਗਦਾ ਹੈ ਅਤੇ ਮੋਡਰਨਾ ਦਾ 4 ਹਫ਼ਤੇ ਬਾਅਦ ਲੱਗਦਾ ਹੈ। ਪਰ ਇਹ ਹੈ ਕਿ ਪਹਿਲੀ ਵਾਰੀ ਜਦੋਂ ਵੈਕਸੀਨ ਲਾਈ ਦੇ ਇਹਨਾਂ ਦੋਨਾਂ ਦੇ ਵਿੱਚ ਹੀ ਤਾਂ ਥੋੜ੍ਹੀ ਜਿਹੀ ਦੁਖਦੀ ਹੈ, ਹੋ ਸਕਦਾ ਥੋੜ੍ਹੀ ਜਿਹੀ ਥਕਾਵਟ ਹੁੰਦੀ ਹੋਵੇ ਅਤੇ ਜ਼ਿਆਦਾ ਕਿਸੇ ਨੂੰ ਬੁਖਾਰ ਵਗੈਰਾ ਨਹੀਂ ਹੋਇਆ ਬਹੁਤਾ। ਅਤੇ ਪਰ ਇਹ ਆ ਵੀ ਕੁਛ ਨੂੰ ਜਾਂ ਤਾਂ ਕਹਿ ਲਓ ਇਹ ਹੋਇਆ ਵੀ ਮੈਂ ਜਿਹੜਾ ਆਪਣਾ ਤਜਰਬਾ ਮੇਰੇ ਨਰਸਿੰਗ ਹੋਮਸ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਪਹਿਲੇ ਵੈਕਸੀਨ ਤੋਂ ਬਾਅਦ ਸਾਡੇ ਕਾਫੀ ਪੇਸ਼ੈਂਟ ਜਿਹੜੇ ਸੀ ਉਹਨਾਂ ਦਾ ਕੋਵਿਡ ਟੈਸਟ ਪੋਜ਼ੀਟਿਵ ਨਿਕਲ ਆਇਆ
ਇਹ ਕਿਵੇਂ ਹੋਇਆ ਇਹ ਨਹੀਂ ਕਹਿ ਸਕਦੇ, ਕਿਉਂਕਿ ਆਲਰੇਡੀ ਇਨਫੈਕਸ਼ਨ ਚੱਲ ਰਹੀ ਸੀ। ਹੋ ਸਕਦਾ ਉਸੇ ਹੀ ਇਨਫੈਕਸ਼ਨ ਦੇ ਕਰਕੇ ਹੋਏ ਸੀ ਪੋਜ਼ੀਟਿਵ। ਪਰ ਹਾਂ, ਇਹ ਇੱਕ ਵਾਰੀ ਵੈਕਸੀਨ ਉਹਨਾਂ ਨੂੰ ਪਹਿਲੀ ਡੋਜ਼ ਲੱਗ ਗਈ ਸੀ, ਉਹਦੇ ਬਾਅਦ ਉਹ ਪੋਜ਼ੀਟਿਵ ਹੋਏ ਸੀ। ਸੋ ਉਹਨਾਂ ਦਾ ਜਿਹੜਾ ਸੈਕੰਡ ਵੈਕਸੀਨ ਸੀ ਉਹ ਅਸੀਂ ਡਿਲੇ ਕਰ ਦਿੱਤਾ ਸੀ। ਅਤੇ ਜਿਹੜਾ ਵੈਕਸੀਨ ਹੈਗਾ ਆ ਉਹਦੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਜਿਹੜਾ ਫਾਈਜ਼ਰ ਦਾ ਉਹ 3 ਹਫ਼ਤੇ ਦੇ ਬਾਅਦ ਲੱਗ ਜਾਏ ਅਤੇ ਮੋਡਰਨਾ ਦਾ 4 ਹਫ਼ਤੇ ਦੇ ਬਾਅਦ ਲੱਗ ਜਾਏ। ਪਰ ਉਸ ਨੂੰ ਐਕਸਟੈਂਡ ਕੀਤਾ ਜਾ ਸਕਦਾ ਹੈ। ਤਕਰੀਬਨ 42 ਦਿਨ ਦਾ 6 ਵੀਕਸ ਦਾ ਉਹ ਕਹਿੰਦੇ ਆ ਕਿ ਕੰਪਨੀਜ਼ ਕਹਿੰਦੀਆਂ ਵੀ ਤੁਸੀਂ ਕਰ ਸਕਦੇ ਹੋ ਡਿਲੇ ਜੇ ਕਰਨਾ ਹੋਵੇ। ਸੋ ਉਹ ਇਸ ਤਰ੍ਹਾਂ ਵੀ ਹੋਇਆ ਵੀ ਕਈਆਂ ਨੂੰ ਜਿਹਨਾਂ ਨੂੰ ਪਹਿਲਾਂ ਸੀਗਾ ਕੋਵਿਡ ਪੋਜ਼ੀਟਿਵ ਸੀਗੇ, ਜਿਨ੍ਹਾਂ ਦੀ ਹਲੇ ਵੈਕਸੀਨ ਨਹੀਂ ਸੀ ਉਸ ਵਕਤ ਲਾਇਆ ਗਿਆ, ਉਹ ਜਦੋਂ ਸੈਕੰਡ ਟਾਈਮ 'ਤੇ ਸਾਡੀ ਡੋਜ਼ਸ ਲੱਗੀਆਂ, ਕਿਉਂਕਿ ਜਿਹੜੀਆਂ ਫਾਰਮੇਸੀ ਨਰਸਿੰਗ ਹੋਮਸ ਦੇ ਵਿੱਚ ਆ ਕੇ ਲਗਾਉਂਦੀ ਸੀ। ਅਤੇ ਸੋ ਜਦੋਂ ਸੈਕੰਡ ਡੋਜ਼ ਬਾਕੀਆਂ ਨੂੰ ਲੱਗੀ, ਉਹਨਾਂ ਨੂੰ ਫਸਟ ਡੋਜ਼ ਮਿਲੀ ਅਤੇ ਫਿਰ ਇਸ ਤਰ੍ਹਾਂ ਚੱਲਿਆ। ਅਤੇ ਜਿਹੜਾ ਸੈਕੰਡ ਵੈਕਸੀਨ ਸੀ, ਮੈਂ ਜਿੱਦਾਂ ਆਪਣਾ ਤਜਰਬਾ ਦੱਸਦਾ ਕਿ ਮੈਨੂੰ ਸੈਕੰਡ ਵੈਕਸੀਨ 'ਤੇ ਕਾਫੀ ਰਿਐਕਸ਼ਨ ਹੋਇਆ। ਉਸ ਦੇ ਬਾਅਦ ਮੈਨੂੰ ਪਹਿਲੇ ਦਿਨ ਤਾਂ ਥੋੜ੍ਹਾ ਜਿਹਾ ਡਿਜ਼ੀਨੈਸ ਜੇ ਹੋਈ ਸੀਗੀ, ਜਿੱਦਾਂ ਕੱਲ੍ਹ ਚੱਕਰ ਜਿਹੇ ਆਉਣ ਲੱਗੇ, ਵੀਕਨੈਸ ਜੀ ਇੱਕਦਮ ਫੀਲ ਹੋਈ। ਪਰ ਫਿਰ ਮੈਂ ਘਰ ਚਲੇ ਗਿਆ ਅਤੇ ਦੂਸਰੇ ਦਿਨ ਕਾਫੀ ਬੁਖਾਰ ਚੜ੍ਹਿਆ ਅਤੇ ਇੱਥੋਂ ਤੱਕ ਵੀ ਪਸੀਨਾ ਵੀ ਬਹੁਤ ਆਵੇ, ਸ਼ਿਵਰਿੰਗ ਹੋਈ, ਮੈਨੂੰ ਕਾਂਬਾ ਲੱਗਦਾ ਸੀਗਾ। ਅਤੇ ਤੀਜੇ ਦਿਨ ਵੀ ਇਸ ਤਰ੍ਹਾਂ ਹੀ ਹੋਇਆ, 101 ਤੋਂ ਉੱਪਰ ਬੁਖਾਰ ਸੀ। ਫਿਰ ਮੈਨੂੰ ਇਹ ਹੋਇਆ ਕਿ ਕਿਤੇ ਮੈਨੂੰ, ਕਿਉਂਕਿ ਮਰੀਜ਼ ਜਿਹੜੇ ਸਾਡੇ ਕੋਵਿਡ ਦੇ ਹਾਲੇ ਵੀ ਪੋਜ਼ੀਟਿਵ ਸੀਗੇ, ਵੀ ਕਿਤੇ ਕੋਵਿਡ 'ਤੇ ਨਹੀਂ ਹੋ ਗਿਆ। ਜਦੋਂ ਤੀਜੇ ਕੁ ਦਿਨ 'ਤੇ ਜਾ ਕੇ ਥੋੜ੍ਹਾ ਜਿਹਾ ਬੁਖਾਰ ਟੁੱਟਾ, ਮੈਂ ਆਪਣਾ ਕੋਵਿਡ ਟੈਸਟ ਕਰਵਾਇਆ, ਉਹ ਕੋਵਿਡ ਟੈਸਟ ਨੈਗੇਟਿਵ ਸੀ। ਸੋ ਇਹ ਸਿਰਫ ਰਿਐਕਸ਼ਨ ਹੀ ਸੀ ਜਿਹੜਾ ਸੈਕੰਡ ਸ਼ਾਟ ਦਾ ਹੋਇਆ। ਪਰ ਇਹ ਵੀ ਕਹਿੰਦੇ ਨੇ ਕਈ ਡਾਕਟਰ ਕਿ ਜਦੋਂ ਜੇ ਤੁਹਾਨੂੰ ਇਸ ਤਰ੍ਹਾਂ ਰਿਐਕਸ਼ਨ ਹੁੰਦਾ ਆ, ਜੇ ਤੁਹਾਨੂੰ ਥੋੜ੍ਹਾ ਜਿਹਾ ਉਹਦੇ 'ਤੇ ਸਫਰ ਕਰਨਾ ਪੈਂਦਾ ਆ, ਉਹ ਇੱਕ ਜਿਹੜਾ ਤੁਹਾਡੇ ਅੰਦਰ ਜਿਹੜੀਆਂ ਐਂਟੀਬੋਡੀਜ਼ ਬਣਦੀਆਂ, ਉਹਦੇ ਵਿੱਚ ਦੇਖਿਆ ਗਿਆ ਕਿ ਉਹਨਾਂ ਲੋਕਾਂ ਦੇ ਵਿੱਚ ਥੋੜ੍ਹਾ ਜਿਹਾ ਐਂਟੀਬੋਡੀਜ਼ ਜਿਹੜੀਆਂ ਹਾਇਰ ਅਮਾਊਂਟਸ ਹੁੰਦਾ ਆ ਰਾਦਰ ਦੈਨ ਦੂਜੇ ਲੋਕਾਂ ਦੇ। ਸੋ ਇਸੇ ਤਰ੍ਹਾਂ ਹੀ ਮੇਰੇ ਮਦਰ ਦੇ ਵੈਕਸੀਨ ਲੱਗਿਆ, ਉਹ ਨਰਸਿੰਗ ਹੋਮ 'ਚ ਸੀਗੇ, ਨਰਸਿੰਗ ਹੋਮ ਦੇ ਵਿੱਚ ਵੈਕਸੀਨ ਲੱਗਿਆ, ਪਰ ਉਹਨਾਂ ਨੂੰ ਕੁਛ ਨਹੀਂ ਹੋਇਆ, ਕੋਈ ਬੁਖਾਰ ਨਹੀਂ ਚੜ੍ਹਿਆ। ਮਤਲਬ ਹਾਂ, ਉਹ ਟਾਇਲੇਨੋਲ ਲੈਂਦੇ ਸੀਗੇ, ਥੋੜ੍ਹਾ ਜਿਹਾ ਕਹਿੰਦੇ ਸੀ ਮੈਨੂੰ ਥਕਾਵਟ ਜੀ, ਸੋ ਨੀਂਦ ਆ ਜਾਂਦੀ ਹੈ ਛੇਤੀ, ਸੋ ਥਕਾਵਟ ਸੀਗੀ। ਇੰਝ ਹੀ ਮੇਰੇ ਡੈਡ ਦੇ, ਉਹ ਘਰੇ ਸੀਗੇ, ਉਹਨਾਂ ਨੂੰ ਫਟੀਗ ਹੋਈ, ਥਕਾਵਟ ਹੋਈ 2 ਕੁ ਦਿਨ ਨਾ, ਜਿੱਦਾਂ ਕਹਿੰਦੇ ਸੀ ਮੈਨੂੰ ਬੁਖਾਰ ਜਿਹਾ ਚੜ੍ਹਦਾ ਲੱਗਦਾ, ਬਟ ਇਟ ਵਾਜ਼ਨਟ। ਅਤੇ ਸੋ ਹਰ ਇੱਕ ਦਾ ਰਿਐਕਸ਼ਨ ਜਿਹੜਾ ਉਹ ਡਿਫਰੈਂਟ ਹੈ। ਇਸ ਦੇ ਵਿੱਚ ਥੋੜ੍ਹਾ ਜਿਹਾ ਕਿਸੇ ਨੂੰ ਮਾਈਲਡ ਨੌਜ਼ੀਆ ਵੀ ਹੋ ਸਕਦਾ ਹੈ, ਨੌਜ਼ੀਆ ਵੋਮਟਿੰਗ ਹੋ ਸਕਦੀ ਆ, ਪਰ ਬੁਖਾਰ ਜ਼ਿਆਦਾ ਜਾਂ ਜਿੱਦਾਂ ਕਮਜ਼ੋਰੀ ਜਿਹੜੀ ਆ ਉਹ ਜ਼ਿਆਦਾ ਫੀਲ ਹੁੰਦੀ ਆ। ਪਰ ਇਹੋ ਜਿਹੀ ਚੀਜ਼ ਜਿਹੜੀ ਆ ਉਹਨੂੰ ਇੰਨੇ ਕੁ ਨਾਲ ਹੀ ਸਰ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ ਹੈ, ਕਿਉਂਕਿ ਅਸੀਂ ਦੇਖਿਆ ਵੀ ਕਿਵੇਂ ਮਰੀਜ਼ਾਂ ਦਾ ਹਾਲ ਹੁੰਦਾ ਹੈ, ਜਿਹੜੇ ਕੋਵਿਡ ਵਾਲੇ ਮਰੀਜ਼ ਹੁੰਦੇ ਨੇ। ਮੈਂ ਤਾਂ ਇਹ ਵੀ ਕਹਿੰਦਾ ਹੁੰਦਾ ਕਿ ਮੈਂ ਇੰਨੇ ਇਕੱਠੇ ਡੈਥ ਸਰਟੀਫਿਕੇਟਸ ਵੀ ਨਹੀਂ ਲਿਖੇ, ਕਿਉਂਕਿ ਜਿਹੜੀਆਂ ਫੈਸਿਲਿਟੀਜ਼ ਦੇ ਵਿੱਚ ਮਰੀਜ਼ ਮਰਦੇ ਸੀਗੇ ਕੋਵਿਡ ਦੇ ਨਾਲ, ਉਹਨਾਂ ਦੇ ਸਾਨੂੰ ਡੈਥ ਸਰਟੀਫਿਕੇਟ ਲਿਖਣਾ ਪੈਂਦਾ। ਅਤੇ ਪਰ ਉਹ ਜਿਹੜਾ ਹੈ ਕੰਮ, ਜੇ ਅਸੀਂ ਬਚਾਅ ਕਰ ਸਕਦੇ ਹਾਂ, ਸਾਨੂੰ ਬਚਾਅ ਕਰਨਾ ਚਾਹੀਦਾ ਹੈ। ਸੋ ਆਮ ਲੋਕ ਡਰਦੇ ਵੀ ਸੀ ਵੈਕਸੀਨ ਤੋਂ। ਹਾਲੇ ਵੀ ਜਿਹੜੀ ਲੇਟੈਸਟ ਰਿਪੋਰਟ ਵੀ ਇਹੀ ਹੈ ਕਿ ਜਿਹੜਾ 70% ਲੋਕ ਜਿਹੜੇ ਆ, ਉਹਨਾਂ ਨੂੰ ਆਸ ਹੈ ਕਿ 70% ਤੱਕ ਹੀ ਲੋਕ ਲਵਾਉਣਗੇ, ਕਿਉਂਕਿ ਲੋਕ ਮਨਾ ਕਰਦੇ ਹੈਗੇ ਆ ਕੁਛ। ਅਤੇ ਹੁਣ ਇਸ ਵਕਤ ਤੀਜਾ ਸ਼ਾਟ ਵੀ ਆ ਗਿਆ ਵੈਕਸੀਨ, ਜਿਹੜਾ ਕਿ J&J ਜੌਨਸਨ ਜਿਹੜੀ ਕੰਪਨੀ ਹੈ ਉਹਦਾ ਇੰਜੈਕਸ਼ਨ ਹੈ। ਉਹ ਜਿਹੜਾ ਹੈ ਉਹ ਡਿਫਰੈਂਟ ਹੈ ਦੂਜੀਆਂ ਵੈਕਸੀਨਸ ਨਾਲੋਂ। ਇੱਕ ਤਾਂ ਉਹਦੇ ਵਿੱਚ ਜਿਹੜੀ ਟੈਂਪਰੇਚਰ ਜਿਹਦੇ 'ਤੇ ਉਹਨੂੰ ਪ੍ਰੀਜ਼ਰਵ ਕਰਨਾ ਪੈਂਦਾ, ਉਹ ਨੋਰਮਲ ਟੈਂਪਰੇਚਰ, ਜਿਸ ਤਰ੍ਹਾਂ ਫਲੂ ਸ਼ਾਟ ਨੂੰ ਅਸੀਂ ਰੱਖੀਦਾ ਉਸੇ ਤਰ੍ਹਾਂ ਦਾ ਉਹਦਾ ਹੈਗਾ ਆ। ਜਦ ਕਿ ਜਿਹੜਾ ਫਾਈਜ਼ਰ ਵਾਲੇ ਦੀ ਸਾਰਿਆਂ ਨੂੰ ਬੜੀ ਪ੍ਰੋਬਲਮ ਇਹੀ ਸੀਗੀ ਕਿ ਉਹਨੂੰ ਬਹੁਤ ਲੋ ਟੈਂਪਰੇਚਰ 'ਤੇ, ਬਹੁਤ ਹੀ ਜ਼ਿਆਦਾ ਲੋ ਟੈਂਪਰੇਚਰ ਦੇ ਉੱਤੇ ਉਹਨੂੰ ਹੋਲਡ ਕਰਨਾ ਪੈਂਦਾ ਸੀ, ਅਤੇ ਉਹ
ਇਸੇ ਕਰਕੇ ਹੀ ਜਦੋਂ ਉਹਨਾਂ ਨੂੰ ਅਸੀਂ ਕਹਿੰਦੇ ਥਾ ਜਿੱਦਾਂ ਕਹਿ ਲਓ ਉਹਨਾਂ ਨੂੰ ਨੋਰਮਲ ਟੈਂਪਰੇਚਰ 'ਤੇ ਲਿਆ ਕੇ ਫਿਰ ਉਹਨਾਂ ਨੂੰ ਵੈਕਸੀਨ ਲਾਉਣਾ ਹੁੰਦਾ ਸੀ ਅਤੇ ਉਹ ਡੋਜ਼ਿਸ ਉਸ ਦਿਨ ਮੁਕਾਉਣੀਆਂ ਪੈਂਦੀਆਂ ਸੀ ਕਿਉਂਕਿ ਉਹਨਾਂ ਦੀ ਸਟੇਬਿਲਿਟੀ ਨਹੀਂ ਸੀਗੀ ਹੈ ਅਦਰਵਾਈਜ਼। ਅਤੇ ਪਹਿਲਾਂ ਜਿਹੜਾ ਜਦੋਂ ਸ਼ੁਰੂ ਹੀ ਹੋਇਆ ਅਤੇ ਸਾਡੇ ਹੀ ਫੈਸਿਲਿਟੀ ਦੇ ਵਿੱਚ ਤਕਰੀਬਨ ਕਈ 20 ਦੇ ਕਰੀਬ ਡੋਜ਼ਿਸ ਜਿਹੜੀਆਂ ਸੀਗੀਆਂ ਡਿਸਟਰੋਏ ਕਰਨੀਆਂ ਪਈਆਂ ਬਾਅਦ 'ਚ ਉਹਨਾਂ ਨੂੰ, ਕਿਉਂਕਿ ਕੁਛ ਮਰੀਜ਼ਾਂ ਨੇ ਅਤੇ ਕੁਛ ਸਾਡੇ ਜਿਹੜੇ ਇੰਪਲੋਈ ਸੀ ਉਹਨਾਂ ਨੇ ਮਨਾ ਕਰ ਦਿੱਤਾ ਸੀ, ਪਰ ਉਹਨਾਂ ਨੇ ਆਲਰੇਡੀ ਉਹਨਾਂ ਨੂੰ ਅਨਫਰੀਜ਼ ਕਰ ਲਿਆ ਸੀਗਾ ਨੋਰਮਲ ਟੈਂਪਰੇਚਰ 'ਤੇ ਵੈਕਸੀਨ ਦੇ ਜਿੱਦਾਂ ਲਾਉਣ ਦੇ ਲਈ ਕਰ ਲਿਆ ਸੀ। ਜਿਹੜਾ ਫਾਈਜ਼ਰ ਦਾ ਵੈਕਸੀਨ ਆ ਉਹਦੇ ਵਿੱਚ ਜਿਹੜੀ ਡੋਜ਼ ਆ ਉਹ 0.3 ml ਹੁੰਦੀ ਆ ਅਤੇ ਉਹਨੂੰ ਫਿਰ ਡਿਲਿਊਟ ਕਰਨਾ ਪੈਂਦਾ ਹੈਗਾ ਲਿਕੁਇਡ ਨਾਲ, ਸੋ ਉਹ ਫਿਰ ਉਹਦੇ ਬਾਅਦ ਲਾਉਂਦੇ ਆ। ਮੋਡਰਨਾ ਦਾ ਜਿਹੜਾ ਵੈਕਸੀਨ ਆ ਉਹ ਡਾਇਰੈਕਟਲੀ 0.5 ml ਹੁੰਦਾ ਹੈਗਾ, ਉਹ ਸਿੱਧਾ ਹੀ ਉਹਨੂੰ ਡਿਲਿਊਟ ਨਹੀਂ ਕਰਨਾ ਪੈਂਦਾ, ਉਹ ਸਿੱਧਾ ਹੀ ਲਾ ਦਈਦਾ ਹੈ। ਅਤੇ ਜਿਹੜਾ ਕਹਿ ਲਓ ਮੋਡਰਨਾ ਦਾ ਥੋੜ੍ਹਾ ਜਿਹਾ ਟੈਂਪਰੇਚਰ ਕਰਨਾ ਪੈਂਦਾ ਤੁਹਾਨੂੰ ਫਰੀਜ਼ਿੰਗ ਦੇ ਉੱਤੇ, ਪਰ ਜਿਹੜਾ J&J ਦਾ ਹੈਗਾ ਉਹ ਨੋਰਮਲ ਵੈਕਸੀਨਾਂ ਵਾਂਗੂ ਹੈਗਾ ਆ, ਪਰ ਉਹ ਜਿਹੜਾ ਵੈਕਸੀਨ ਆ ਉਹ ਪ੍ਰੋਟੀਨ ਨਹੀਂ ਹੈ, ਉਹਦੇ ਵਿੱਚ ਇੱਕ ਹੈ ਅਡੀਨੋ 26 ਵਾਇਰਸ ਕਹਿੰਦੇ ਨੇ, ਉਹਦੇ ਕਹਿ ਲਓ ਜਿੱਦਾਂ ਲਾਈਵ ਵਾਇਰਸ ਨਹੀਂ ਹੈ, ਉਹਨੂੰ ਜਿੱਦਾਂ ਕਹਿ ਲਓ ਇੱਕ ਵਾਰੀ ਮੋਡੀਫਾਈਡ ਕਹਿ ਲਓ ਜਾਂ ਉਹਨੂੰ ਕਹਿ ਲਓ ਵੀ ਕਿਲਡ ਵਾਇਰਸ ਵਾਂਗੂ ਹੁੰਦਾ ਹੈਗਾ। ਅਤੇ ਜਦੋਂ ਜਿਹੜਾ ਮੈਸੇਂਜਰ RNA ਦੀ ਜਿਹੜੀ ਵੈਕਸੀਨ ਜਿਵੇਂ ਫਾਈਜ਼ਰ ਵਾਲਾ ਅਤੇ ਮੋਡਰਨਾ ਵਾਲਾ ਜਿਹੜਾ ਵੈਕਸੀਨ ਹੈ, ਉਹ ਜਦੋਂ ਤੁਸੀਂ ਬਾਂਹ ਦੇ ਵਿੱਚ ਲਾਉਂਦੇ ਹੋ ਉਹ ਅੰਦਰ ਜਾ ਕੇ ਤੁਹਾਡੇ ਜਿਹੜੇ ਫੈਟ ਸੈਲਜ਼ ਆ ਉਹਨਾਂ ਦੇ ਵਿੱਚ ਵੜ ਜਾਂਦਾ ਅਤੇ ਫਿਰ ਉਹ ਸਪਾਈਕ ਪ੍ਰੋਟੀਨਸ ਜਿਹੜੀਆਂ ਤੁਸੀਂ ਦੇਖਿਆ ਹੋਣਾ ਜਦੋਂ ਕੋਵਿਡ ਦੀ ਦਿਖਾਉਂਦੇ ਨੇ ਪਿਕਚਰ, ਉਹ ਇੱਕ ਬਾਲ ਜਿਹੀ ਹੁੰਦੀ ਆ ਉਹਦੇ 'ਤੇ ਜਿੱਦਾਂ ਬਾਹਰ ਸਿੰਗ ਜਿਹੇ ਲੱਗੇ ਹੁੰਦੇ ਆ ਅਤੇ ਉਹ ਸਪਾਈਕਸ ਕਹਿੰਦੇ ਆ ਉਹਨਾਂ ਨੂੰ, ਅਤੇ ਉਹ ਸਪਾਈਕ ਪ੍ਰੋਟੀਨ ਨੂੰ ਪ੍ਰੋਡਿਊਸ ਕਰਦਾ ਆ ਅਤੇ ਫਿਰ ਨਾਲ ਉਹ ਜਿਹੜੇ ਟੀ ਸੈਲਸ ਨੂੰ ਸਟਿਮੂਲੇਟ ਕਰਦਾ ਆ। ਪਰ ਜਿਹੜੀ ਉਹ ਅਡੀਨੋ ਵਾਇਰਸ ਆ ਜਿਹੜੀ ਆਪਣੇ J&J ਵਾਲਾ ਜਿਹੜਾ ਵੈਕਸੀਨ ਆ ਉਹ ਜਾ ਕੇ ਅੰਦਰ ਜਦੋਂ ਜਾਂਦਾ ਅਡੀਨੋ ਵਾਇਰਸ ਅਤੇ ਉਹ ਜਾ ਕੇ ਆਮ ਸੈੱਲ ਦੇ ਨਿਊਕਲੀਅਸ ਦੇ ਵਿੱਚ ਜਾ ਕੇ ਉਹ ਮੈਸੇਂਜਰ RNA ਨੂੰ ਪ੍ਰੋਡਿਊਸ ਕਰਕੇ ਫਿਰ ਉਹ ਸਪਾਈਕ ਪ੍ਰੋਟੀਨ ਨੂੰ ਪ੍ਰੋਡਿਊਸ ਕਰਦਾ। ਅਤੇ ਸੋ ਇਹ ਵੀ ਹੈ ਕਿ ਕਹਿੰਦੇ ਵੀ ਜਿਹੜਾ ਕਈ ਵਾਰੀ ਕੋਵਿਡ ਟੈਸਟ ਜਿਹੜਾ ਰਿਜ਼ਲਟ, ਕਿਉਂਕਿ ਕੋਵਿਡ 2 ਤਰ੍ਹਾਂ ਦੇ ਟੈਸਟਿੰਗ ਹੈਗੀ ਆ, ਇੱਕ ਹੈਗੀ ਆ ਨਿਊਕਲੀਓਸਾਈਡ ਜਿਹੜਾ ਨਿਊਕਲੀਅਸ ਤੋਂ ਹੁੰਦੀ ਹੈਗੀ ਆ, ਇੱਕ ਹੈਗੀ ਜਿਹੜੀ ਸਪਾਈਕ ਪ੍ਰੋਟੀਨ ਟੈਸਟ ਹੁੰਦਾ ਆ ਕਿਉਂਕਿ ਜਿਹੜੀਆਂ ਮੈਸੇਂਜਰ RNA ਵਾਇਰਸ ਜਾਂ ਦੂਜੀ ਵੀ ਜਿਹੜੀ J&J ਵਾਲੀ ਵੀ ਅਲਟੀਮੇਟਲੀ ਮੈਸੇਂਜਰ RNA ਥਰੂ ਜਾਂਦੀ ਸਪਾਈਕ ਪ੍ਰੋਟੀਨ ਪ੍ਰੋਡਿਊਸ ਹੁੰਦੀ ਆ, ਸੋ ਹੋ ਸਕਦਾ ਉਹ ਟੈਸਟ ਇਸ ਕਰਕੇ ਪੋਜ਼ੀਟਿਵਲੀ ਆ ਸਕਦੇ ਆ ਕਿਉਂਕਿ ਅਸੀਂ ਸਪਾਈਕ ਪ੍ਰੋਟੀਨ ਜਿਹੜੀ ਆ ਉਹਦੀ ਵਧਾ ਦਿੱਤੀ ਹੁੰਦੀ ਹੈ ਆਊਟਪੁੱਟ ਜਿਹੜੀ ਹੁੰਦੀ ਆ। ਅਤੇ ਪਰ ਉਹਨਾਂ ਕੰਡੀਸ਼ਨਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜਾ ਸੈਕੰਡ ਕੋਵਿਡ ਟੈਸਟ ਆ ਜਿਹੜਾ ਮੋਰ ਰਿਲਾਇਬਲ ਐਂਟੀਬੋਡੀਜ਼ IgM IgG ਨੂੰ ਟੈਸਟ ਕਰਨ ਦੇ ਲਈ ਜਾਂ ਚਿਕਨ ਨਿਊਕਲੀਅਸ ਦੇ ਨਾਲ ਕਰੀਦਾ, ਉਹ ਜ਼ਿਆਦਾ ਸੈਂਸਿਟਿਵ ਅਤੇ ਰਾਈਟ ਹੁੰਦਾ ਆ ਟੈਸਟ ਕਰਨ ਦੇ ਲਈ ਉਹਨਾਂ ਕੰਡੀਸ਼ਨਾਂ ਦੇ ਵਿੱਚ। ਸੋ ਫਾਈਜ਼ਰ ਦਾ ਜਿਹੜਾ ਵੈਕਸੀਨ ਆ ਉਹ ਇੱਕ ਸ਼ਾਟ ਹੈ, ਸਿੰਗਲ ਸ਼ਾਟ, ਇੱਕੋ ਵਾਰੀ ਤੁਸੀਂ ਲਵਾਉਣਾ ਤੁਹਾਨੂੰ ਅਤੇ ਉਹਦਾ ਫਿਰ ਦੂਜੀ ਵਾਰੀ ਨਹੀਂ ਕਰਨਾ ਪੈਣਾ ਤੁਹਾਨੂੰ। ਉਹ ਉਹਨਾਂ ਮਰੀਜ਼ਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਇੱਕ ਤਾਂ ਔਖਾ ਆ, ਜਿਨ੍ਹਾਂ ਨੂੰ ਕਨਵਿੰਸ ਕਰਨਾ ਬਹੁਤ ਔਖਾ ਹੁੰਦਾ ਕਿ 2 ਸ਼ਾਟ ਲਵਾ ਲਓ, ਕਿਉਂਕਿ ਉਹ ਇੱਕ ਵਾਰੀ ਲਵਾ ਕੇ ਜੇ ਮਾੜਾ ਜਿਹਾ ਰਿਐਕਸ਼ਨ ਹੋ ਜਾਂਦਾ ਤਾਂ ਫਿਰ ਕਹਿੰਦੇ ਨਹੀਂ ਅਸੀਂ ਨਹੀਂ ਕਰਾਉਣਾ ਦੂਜਾ ਸ਼ਾਟ। ਸੋ ਉਸ ਪੱਖੋਂ ਉਹ ਜ਼ਿਆਦਾ ਬੈਟਰ ਆ ਕਿਉਂਕਿ ਇੱਕ ਵਾਰੀ ਤਾਂ ਲੱਗ ਗਿਆ ਉਹ। ਅਤੇ ਜਿਹੜੀ ਉਹਨਾਂ ਦੀ ਐਫੀਕੇਸੀ ਆ ਜਾਂ ਕਹਿ ਲਓ ਉਹਨਾਂ ਦਾ ਜਿਹੜਾ ਕਿੰਨਾ ਚੰਗਾ ਉਹਨਾਂ ਦਾ ਹੈਗਾ ਆ ਬਚਾਵ ਕਰਨ ਦੇ ਲਈ ਵਿੱਚ ਅੰਦਰ ਉਹਦਾ ਜਿਹੜਾ ਟੈਸਟਿੰਗ ਕਦੋਂ ਕਰਦੇ ਆ। ਅਤੇ ਜਿਹੜੇ ਮੋਡਰਨਾ ਅਤੇ ਫਾਈਜ਼ਰ ਦੇ ਵੈਕਸੀਨ ਨੇ ਉਹਨਾਂ ਦੀ ਜਿਹੜੀ ਕਹਿੰਦੇ ਇਫੈਕਟਿਵਿਟੀ 90s ਦੇ ਵਿੱਚ ਹੈ, ਅਤੇ ਜਿਹੜਾ ਫਾਈਜ਼ਰ ਦਾ ਵੈਕਸੀਨ ਆ ਉਹਦੀ 70s ਦੇ ਵਿੱਚ ਹੈਗੀ ਆ। ਪਰ ਜਦੋਂ ਅਸੀਂ ਸੀਰੀਅਸ ਇਲਨੈਸ ਹੌਸਪੀਟਲਾਈਜੇਸ਼ਨ ਵਾਲੇ ਪਾਸੇ ਨੂੰ ਦੇਖਦੇ ਹਾਂ ਤਾਂ ਜਿਹੜਾ J&J ਦਾ ਵੀ ਵੈਕਸੀਨ ਹੈਗਾ ਆ ਉਹਦੀ ਵੀ 80s ਦੇ ਵਿੱਚ
IITs ਦੇ ਵਿੱਚ ਉਹਦਾ ਵੀ ਹੈਗੀ ਐਫੀਕੇਸੀ, ਜਿਸ ਦੇ ਨਾਲ ਉਹ ਤਿੰਨੇ ਤਕਰੀਬਨ ਇੱਕੋ ਜਿਹੇ ਹੀ ਜਦੋਂ ਮਰੀਜ਼ ਨੂੰ ਮਾੜੀ ਬਿਮਾਰੀ ਤੋਂ ਕਹਿਣਾ ਵੀ ਬਹੁਤ ਬਚਾਅ ਕਰਨਾ ਹੈਗਾ, ਉਹਦੇ ਲਈ ਤਿੰਨੇ ਤਕਰੀਬਨ ਇਕੁਅਲੈਂਟ ਜਿਹੇ ਡੋਜ਼ ਇੱਕੋ ਜਿਹੇ ਹੈਗੇ ਆ। ਅਤੇ ਪਰ ਜਿਹੜਾ ਫਾਈਜ਼ਰ ਦਾ ਵੈਕਸੀਨ ਆ ਉਹ 16 ਸਾਲ ਤੋਂ ਵੱਧ ਬੱਚਿਆਂ ਦੇ ਵੀ 16 ਸਾਲ ਤੋਂ ਲੈ ਕੇ ਉੱਪਰਲੀ ਉਮਰ ਤੱਕ ਲੱਗ ਸਕਦਾ ਹੈ। ਜਿਹੜਾ ਮੋਡਰਨਾ ਵਾਲਾ ਹੈ ਉਹ 18 ਸਾਲ ਤੋਂ ਉੱਤੇ ਲੱਗ ਸਕਦਾ ਆ। ਅਤੇ J&J ਦਾ ਵੀ ਜਿਹੜਾ ਆ ਉਹ 16 ਸਾਲ ਤੋਂ ਉੱਪਰ ਲੱਗ ਸਕਦਾ ਆ। ਹੁਣ ਟਰਾਇਲਸ ਚੱਲਦੀਆਂ ਪਈਆਂ ਨੇ, ਕਿਉਂਕਿ ਜਿੱਦਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਜਿਹੜੀਆਂ ਵੇਰੀਐਂਟਸ ਹੋਰ ਤਰ੍ਹਾਂ ਦੀਆਂ ਜਿਹੜੀਆਂ ਫਾਰਮਸ ਹੈਗੀਆਂ ਕੋਵਿਡ ਦੀਆਂ ਨਿਕਲ ਆਈਆਂ, UK ਸਟ੍ਰੇਨ ਹੋ ਗਿਆ, ਸਾਊਥ ਅਫਰੀਕਨ ਸਟ੍ਰੇਨ ਹੋ ਗਿਆ, ਬ੍ਰਾਜ਼ੀਲ ਸਟ੍ਰੇਨ ਹੋ ਗਿਆ, ਜਿਹੜੀ JJ ਵੈਕਸੀਨ ਜਿਹੜੀ ਹੈਗੀ ਆ ਵੈਕਸੀਨ ਆਈ ਆ, ਕਿਉਂਕਿ ਉਹ ਬਾਅਦ 'ਚ ਸਾਰਿਆਂ ਨੂੰ ਆਈ ਆ, ਸੋ ਉਹਦੇ ਵਿੱਚ ਉਹਨਾਂ ਨੇ ਜਿਹੜਾ ਸਾਊਥ ਅਫਰੀਕਨ ਵਾਇਰਸ ਸੀਗਾ ਉਹਦੀ ਵੀ ਟੈਸਟਿੰਗ ਕੀਤੀ ਸੀ। ਸੋ ਇਟ ਇਜ਼ ਵੈਰੀ ਹਾਈਲੀ ਐਫੀਕੇਸੀਅਸ ਕਹਿ ਲੈਂਦੇ ਹਾਂ ਵੀ ਬਹੁਤ ਉਹ ਚੰਗੀ ਆ, ਉਹਨਾਂ ਨੂੰ ਵੀ ਉਹ ਕੰਟਰੋਲ ਕਰਦੀ ਹੈਗੀ ਆ। ਇਸੇ ਤਰ੍ਹਾਂ ਜਿਹੜਾ UK ਵਾਲਾ ਹੈ ਉਹ ਵੀ ਕਹਿੰਦੇ ਵੀ ਸਟ੍ਰੇਨ ਜਿਹੜਾ ਹੈ, ਕਿਉਂਕਿ ਹੁਣ ਸਟੱਡੀਜ਼ ਉਸ 'ਤੇ ਚੱਲਦੀਆਂ ਵੀ ਹਾਲੇ ਪ੍ਰੀਲਿਮਿਨਰੀ ਸਟੱਡੀਜ਼ ਜਿਹੜੀਆਂ ਠੀਕ ਆ ਰਿਹਾ ਆ। ਅਤੇ ਕਿਉਂਕਿ ਇਜ਼ਰਾਈਲ ਦੇ ਵਿੱਚ ਤਕਰੀਬਨ ਅੱਧੀ ਤੋਂ ਜ਼ਿਆਦਾ ਪਾਪੂਲੇਸ਼ਨ ਦੇ ਲੱਗ ਚੁੱਕਿਆ ਹੈ, ਉੱਥੇ ਇਹ ਸਟੱਡੀਜ਼ ਜਿਹੜੀਆਂ ਹੋਈਆਂ ਨੇ। ਸੋ ਬੜੀ ਕ੍ਰੈਡੀਬਲ ਜਿਹੜੀਆਂ ਰਿਪੋਰਟਸ ਹੁੰਦੀਆਂ, ਕਿਉਂਕਿ ਇਟਸ ਅ ਗੁੱਡ ਪਲੇਸ ਟੂ ਟੈਸਟ ਦੀਜ਼। ਤਾਂ ਸੋ ਉਹ ਜਿਹੜੀਆਂ ਉੱਥੋਂ ਆਈਆਂ ਹੈਗੀਆਂ ਰਿਪੋਰਟਸ ਦੇ ਵਿੱਚ, ਉਹਨਾਂ ਦੇ ਵਿੱਚ ਹਾਈਲੀ ਐਫੀਕੇਸ਼ੀਅਸ ਕਹਿੰਦੇ ਵੀ ਕਾਫੀ ਇਹਨਾਂ ਨਾਲ ਬਚਾਅ ਹੈਗਾ ਆ। ਸੋ ਇੱਕੋ ਹੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਪਲੀਜ਼ ਬਚਾਓ ਵਿੱਚ ਹੀ ਬਚਾਓ ਹੈ। ਜਦੋਂ ਆਪਾਂ ਫਲੂ ਸ਼ਾਟ ਵੀ ਤਾਂ ਲਵਾਉਂਦੇ ਹਾਂ ਨਾ, ਫਲੂ ਸ਼ਾਟ ਦੀ ਐਫੀਕੇਸੀ ਸਾਰੀ 50 ਤੋਂ 60% ਹੁੰਦੀ ਆ, ਉਹ ਫਿਰ ਵੀ ਉਹ ਅਸੀਂ ਲਵਾਉਂਦੇ ਹਾਂ, ਬਚਾਅ ਦੇ ਲਈ ਕਰਦੇ ਹੈਗੇ ਹਾਂ। ਅਤੇ ਇਸ ਸਾਲ ਜਿੱਦਾਂ ਤੁਸੀਂ ਦੇਖਿਆ ਵੀ ਹੋਏਗਾ ਕਿ ਕਿਉਂਕਿ ਆਪਾਂ ਮਾਸਕ ਪਾਉਂਦੇ ਸੀ, ਸੋਸ਼ਲ ਡਿਸਟੈਂਸਿੰਗ ਸੀ, ਇਸ ਵਾਰੀ ਫਲੂ ਦੇਖਿਆ ਨਹੀਂ ਬਹੁਤਿਆਂ ਨੇ। ਫਲੂ ਦਾ ਬਹੁਤ ਘੱਟ ਮਾਤਰਾ ਦੇ ਵਿੱਚ ਕਹਿ ਲਓ, ਹੌਸਪੀਟਲਾਈਜੇਸ਼ਨ ਵੀ ਜਿਹੜੀਆਂ ਬਹੁਤ ਸਿੰਗਲ ਡਿਜਿਟ ਦੇ ਵਿੱਚ ਹੌਸਪੀਟਲਾਈਜੇਸ਼ਨ ਹੋਈਆਂ ਜੇ ਕਦੇ ਨੂੰ ਫਲੂ ਕਰਕੇ, ਨਹੀਂ ਤਾਂ ਅੱਗੇ 30-40 ਹਜ਼ਾਰ ਮਰੀਜ਼ ਜਿਹੜਾ ਆ ਫਲੂ ਦੇ ਨਾਲ ਹੀ ਮਰ ਜਾਂਦਾ ਸੀ। ਸੋ ਇਸ ਵਾਰੀ ਉਹ ਬਚਾਅ ਜਿਹੜਾ ਹੋ ਗਿਆ। ਸੋ ਹੋ ਸਕਦਾ ਹੈ ਕਿਉਂਕਿ ਆਪਾਂ ਕਹਿੰਦੇ ਹਾਂ ਵੀ ਜਿਹੜੀਆਂ ਏਸ਼ੀਅਨ ਕੰਟਰੀਜ਼ ਆ, ਜਿਹੜੀਆਂ ਜਿੱਦਾਂ ਚਾਈਨਾ, ਟਾਈਪਾਈ, ਸਿੰਗਾਪੁਰ, ਮਲੇਸ਼ੀਆ, ਇਹਨਾਂ ਦੇ ਵਿੱਚ ਕਿਉਂਕਿ ਉੱਥੇ ਲੋਕ ਜਿਹੜੇ ਆਮ ਵੀ ਪਹਿਲਾਂ ਵੀ ਮਾਸਕ ਪਾਉਂਦੇ ਸੀ, ਏਅਰਪੋਰਟਾਂ 'ਤੇ ਜਦੋਂ ਆਪਾਂ ਜਾਈਦਾ ਮਾਸਕ ਦੇਖਦੇ ਸੀਗੇ, ਮਾਸਕ ਪਾਈ ਹੁੰਦੀ ਹੈ। ਸੋ ਉਹ ਹਮੇਸ਼ਾ ਹੀ ਬਚਾਅ ਦੇ ਵਿੱਚ ਰਹੇ। ਉਹਨਾਂ ਨੂੰ ਅਡਾਪਟ ਕਰਨਾ, ਮਾਸਕ ਨੂੰ ਅਡਾਪਟ ਕਰਨਾ ਵੀ ਹਾਂ ਵੀ ਮਾਸਕ ਪਾਉਣੀ ਜਾਂ ਸੋਸ਼ਲ ਡਿਸਟੈਂਸਿੰਗ ਕਰਨੀ, ਉਹ ਉਹਨਾਂ ਦੇ ਕਲਚਰ ਦਾ ਇੱਕ ਹਿੱਸਾ ਬਣਿਆ ਹੋਇਆ ਸੀ। ਇਸੇ ਕਰਕੇ ਹੀ ਕੋਵਿਡ ਦੀ ਜਿਹੜੀ ਇਨਫੈਕਸ਼ਨ ਉੱਥੇ ਘੱਟ ਹੋਈ ਹੈ। ਕੋਵਿਡ ਦੀ ਜਿਹੜੀ ਇਨਫੈਕਸ਼ਨ ਵੀ ਸੀਗੀ, ਕੁਛ ਆਪਾਂ ਇਹ ਵੀ ਸੋਚ ਸਕਦੇ ਹਾਂ ਕਿ ਜਿਹੜਾ ਜ਼ਿਆਦਾ ਜਿਹੜਾ ਸਾਰਿਆਂ ਨੂੰ ਕਮਿਊਨਿਟੀ ਜਿਹੜੀ ਨੂੰ ਇਫੈਕਟ ਹੋਇਆ ਹੈ ਉਹ ਹੈ ਹਿਸਪੈਨਿਕ ਕਮਿਊਨਿਟੀ ਨੂੰ। ਉਸ ਤੋਂ ਬਾਅਦ ਜਿਹੜੀ ਕਹਿ ਲਓ ਐਫਰੋ ਅਮੈਰੀਕਨਸ ਜਾਂ ਕੈਰੇਬੀਅਨ ਦੇ ਜਿਹੜੇ ਲੋਕ ਨੇ ਅਫਰੀਕਾ, ਉਹਨਾਂ ਦੇ ਵਿੱਚ ਹੋਈ ਆ। ਅਤੇ ਫਿਰ ਕੋਈ 16-17% ਕਹਿ ਲਓ ਜਿਹੜਾ ਵਾਈਟ ਕਮਿਊਨਿਟੀ ਨੂੰ ਹੋਈ ਹੈਗੀ ਆ, ਅਤੇ 7 ਤੋਂ 8% ਏਸ਼ੀਅਨਸ ਨੂੰ ਹੋਈ ਹੈਗੀ ਆ। ਸੋ ਉਹ ਵੀ ਆਪਣੇ ਘੱਟ ਹੋਈ ਸੀ। ਇਸੇ ਕਰਕੇ ਹੀ ਕਹਿੰਦੇ ਆ, ਲੋਕ ਕਹਿੰਦੇ ਕਿ ਇੰਡੀਆ ਦੇ ਵਿੱਚ ਕਿਉਂ ਘੱਟ ਹੋਈ ਆ, ਇੱਥੇ ਅਮਰੀਕਾ ਦੇ ਵਿੱਚ ਇੰਨੀ ਹੋਈ ਆ, ਜਾਂ ਬ੍ਰਾਜ਼ੀਲ 'ਚ ਇੰਨੀ ਹੋਈ ਆ, ਮੈਕਸੀਕੋ 'ਚ ਇੰਨੀ ਹੋਈ ਆ ਨਾ, ਸਪੇਨ 'ਚ ਕਿੰਨਾ ਹੋਇਆ, ਕਿਉਂਕਿ ਜਿੱਥੇ ਵੀ ਹਿਸਪੈਨਿਕ ਕਮਿਊਨਿਟੀਜ਼ ਹੈਗੀਆਂ, ਮੈਕਸੀਕਨ ਕਮਿਊਨਿਟੀਜ਼, ਸਪੈਨਿਸ਼ ਕਮਿਊਨਿਟੀਜ਼ ਜਿਹੜੀਆਂ ਹੈਗੀਆਂ, ਉਹਨਾਂ ਦੇ ਵਿੱਚ ਇਹ ਜ਼ਿਆਦਾ ਹੋਇਆ। ਜਾਂ ਉਸ ਦੇ ਵਿੱਚ ਰੀਜ਼ਨ ਪਤਾ ਨਹੀਂ ਹੁਣ ਜ਼ਿਆਦਾ ਕਿਸ ਤਰ੍ਹਾਂ ਹੋ ਸਕਦੇ, ਪਰ ਕਿਉਂਕਿ ਕਲਸਟਰਿੰਗ ਦੇ ਵਿੱਚ ਇਹ ਜ਼ਿਆਦਾ ਹੁੰਦੀ ਹੈ, ਜਿਹੜੀ ਜ਼ਿਆਦਾ ਫੈਮਲੀਆਂ ਇਕੱਠੀਆਂ ਰਹਿੰਦੀਆਂ ਜਿੱਥੇ ਵੀ, ਉਹਦੇ ਵਿੱਚ ਇਹ ਜ਼ਿਆਦਾ ਕੋਵਿਡ ਫੈਲਿਆ ਸੀ। ਸੋ ਇਸੇ ਤਰ੍ਹਾਂ ਹੀ ਜਿਹੜੇ ਜਦੋਂ ਵੈਕਸੀਨ ਵੀ ਬਣਾਉਂਦੇ ਆ, ਉਹ ਸਾਰੇ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਨੇ ਤਾਂ ਕਿ ਪਤਾ ਰਵੇ ਕਿ ਕਿਹੜਿਆਂ ਨੂੰ ਕਿੰਨਾ ਫਾਇਦਾ ਹੋ ਰਿਹਾ। ਸੋ ਇਹ ਹੈ ਕਿ
ਮੈਂ ਤੁਹਾਨੂੰ ਗੁਜ਼ਾਰਿਸ਼ ਹੀ ਕਰ ਸਕਦਾ ਕਿ ਪਲੀਜ਼ ਸਾਰੇ ਜਣੇ ਜ਼ਰੂਰ ਲਵਾਓ ਜਿਸ ਦੇ ਵੀ ਇਹ ਲੱਗ ਸਕਦਾ, ਤਾਂ ਕਿ ਤੁਸੀਂ ਬਚਾਅ ਕਰ ਸਕੋ। ਇਹ ਬਿਮਾਰੀ ਬਹੁਤ ਨਾਮੁਰਾਦ ਹੈ, ਇਸ ਦੇ ਜਿਹੜੇ ਸਾਈਡ ਇਫੈਕਟਸ ਵੀ ਬਹੁਤ ਮਹੀਨਿਆਂ ਚੱਲਦੇ ਪਏ ਨੇ, ਅਤੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਇਹ ਹੋਇਆ। ਅਤੇ ਕਿਉਂ ਜੇ ਅਗਰ ਬਚ ਸਕਦੇ ਹਾਂ, ਆਪਾਂ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬਚੋ। ਅਗਰ ਕਿਸੇ ਨੂੰ ਕੋਈ ਸਵਾਲ ਹੋਵੇ ਤੁਸੀਂ ਸਾਡੇ ਤੱਕ ਅਪਰੋਚ ਕਰ ਸਕਦੇ ਹੋ, ਅਤੇ ਸਹਾਇਤਾ ਦਾ ਸਾਡਾ ਹੈ info@sahayata.org, ਜਾਂ ਤੁਸੀਂ ਸਾਡੇ ਫੋਨ 'ਤੇ ਕਰ ਸਕਦੇ ਹੋ। ਇਫ ਤੁਸੀਂ ਜਿਹੜੀ ਸਿੱਖ ਕੋਲੇਸ਼ਨ ਵਾਲੇ ਹੈਗੇ ਆ ਉਹਨਾਂ ਦੀ ਵੈਬਸਾਈਟ 'ਤੇ ਵੀ ਜਾ ਸਕਦੇ ਹੋ, ਉੱਥੇ ਇਹ ਵੀਡੀਓ ਵੀ ਹੋਏਗੀ। ਉੱਥੇ ਅਸੀਂ ਹੋਰ ਵੀ ਜਿਹੜਾ ਲਿਟਰੇਚਰ ਸਾਰਾ ਕੁਛ ਉਸ ਜਗ੍ਹਾ ਦੇ ਉੱਤੇ ਪਿਆ। ਸਿੱਖ ਕੋਲੇਸ਼ਨ ਨਾਰਥ ਅਮਰੀਕਨ ਫਿਜ਼ੀਸ਼ੀਅਨਸ ਦੀ ਜਿਹੜੀ ਨੈਮਸਡਾ ਹੈ, ਉਸਨੇ ਵੀ ਬਹੁਤ ਕੋਸ਼ਿਸ਼ ਕੀਤੀ ਹੈ ਤਾਂ ਕਿ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਇਸ ਦਾ ਪ੍ਰਚਾਰ ਕਰ ਸਕੀਏ, ਇਸ ਨੂੰ ਲੋਕਾਂ ਨੂੰ ਇਸ ਵੈਕਸੀਨ ਦੇ ਵਾਸਤੇ ਗੁਜ਼ਾਰਿਸ਼ ਕਰ ਸਕੀਏ ਅਤੇ ਆਪਣੇ ਆਪ ਦਾ ਬਚਾਅ ਕਰ ਸਕੀਏ। ਹੁਣ ਅੱਜ ਦੀ ਜਿਹੜੀ CDC ਦੀ ਰਿਪੋਰਟ ਹੈ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜਿਆਂ ਦੇ ਵੈਕਸੀਨ ਲੱਗਿਆਂ ਨੂੰ 2 ਹਫ਼ਤੇ ਹੋ ਚੁੱਕੇ ਨੇ, ਸੈਕੰਡ ਡੋਜ਼ ਲੱਗੀ ਨੂੰ, ਜਿਹਨਾਂ ਦੇ ਜਿਹੜਾ ਦੂਜਾ, ਜੇ ਤੁਹਾਡੇ ਜੌਨਸਨ ਦਾ ਲੱਗਾ ਤੁਹਾਨੂੰ 2 ਹਫ਼ਤੇ ਹੋ ਗਏ ਨੇ, ਤਾਂ ਤੁਸੀਂ ਆਪਣੇ ਘਰ ਦੇ ਅੰਦਰ ਆਪਣੇ ਛੋਟੇ ਬੱਚਿਆਂ ਦੇ ਜਿਹੜੇ ਗ੍ਰੈਂਡ ਕਿਡਸ ਜਾਂ ਛੋਟੇ ਬੱਚੇ ਆ ਜਿਨ੍ਹਾਂ ਦੇ, ਉਹਨਾਂ ਦੇ ਨਾਲ ਬਿਨਾਂ ਮਾਸਕ ਦਿਓ ਰਹਿ ਸਕਦੇ ਹੋ ਆਪਣੇ ਘਰ ਦੇ ਅੰਦਰ, ਇਨਡੋਰਸ ਜਿਹੜੇ ਆ। ਆਊਟਡੋਰਸ ਦੇ ਵਿੱਚ ਹਾਲੇ ਵੀ ਮਾਸਕ ਪਾ ਕੇ ਜਾਣਾ ਚਾਹੀਦਾ, ਅਤੇ ਕੋਸ਼ਿਸ਼ ਇਹੀ ਕਰੋ ਕਿ 6 ਫੀਟ ਡਿਸਟੈਂਸ ਜਿਹੜੀ ਸੋਸ਼ਲ ਡਿਸਟੈਂਸਿੰਗ ਅਤੇ ਹੈਂਡ ਵਾਸ਼ਿੰਗ, ਸੋਪ ਐਂਡ ਵਾਟਰ, ਔਰ ਹੱਥ ਜਿਹੜੇ ਆ, ਜੇ ਤੁਹਾਡੇ ਕੋਲ ਸੈਨੀਟਾਈਜ਼ਰ ਹੈ, ਸੈਨੀਟਾਈਜ਼ਰ ਵੀ ਜਿਹੜਾ ਆ ਉਹ 70% ਅਲਕੋਹਲ ਵਾਲਾ ਹੋਵੇ, ਤਾਂ ਕਿ ਤੁਸੀਂ ਚੰਗੀ ਤਰ੍ਹਾਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕੋ। ਜਿੰਨਾ ਚਿਰ ਸਾਰਿਆਂ ਨੂੰ ਵੈਕਸੀਨ ਨਹੀਂ ਲੱਗਦਾ, ਉਹਨਾਂ ਚਿਰ ਇਹ ਸਾਨੂੰ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਆ, ਕਿਉਂਕਿ ਚਾਹੇ ਅਸੀਂ ਵੈਕਸੀਨ ਲਵਾ ਲਿਆ ਹੈ, ਪਰ ਫਿਰ ਵੀ ਕੁਛ % ਚਾਂਸ ਹੈਗੇ ਨੇ ਕਿ ਅਸੀਂ ਫਿਰ ਕੈਚ ਕਰ ਸਕਦੇ ਹਾਂ, ਜਾਂ ਅਸੀਂ ਜੇ ਏਸਿਮਪਟੋਮੈਟਿਕ ਵੀ ਹੈਗੇ ਆ। ਕੁਛ ਲੋਕ ਜਿਹੜੇ ਆ ਜਿਨ੍ਹਾਂ ਦੇ ਵੈਕਸੀਨ ਲੱਗਾ ਵੀ ਹੈ, ਉਹ ਐਜ਼ ਏਸਿਮਪਟੋਮੈਟਿਕ ਕੈਰੀਅਰ ਕਹਿੰਦੇ ਆ ਜਿਹਨਾਂ ਨੂੰ, ਉਹ ਹੋਰ ਕਿਸੇ ਨੂੰ ਵੀ ਦੇ ਸਕਦੇ ਆ। ਸੋ ਪਲੀਜ਼ ਇਹ ਜ਼ਰੂਰ ਰੱਖੋ, ਕਿਉਂਕਿ ਜਿਸ ਤਰ੍ਹਾਂ ਅਮਰੀਕਨ ਗਵਰਨਮੈਂਟ ਦਾ ਹੈ ਕਿ ਮੋਸਟ ਲਾਈਕਲੀ ਮਈ ਦੇ ਐਂਡ ਤੱਕ ਜਾਂ ਜੂਨ ਦੇ ਵਿੱਚ ਤੱਕ ਆਪਣੇ ਸਾਰਿਆਂ ਦੇ ਵੈਕਸੀਨ ਇੱਥੇ ਜਿੰਨਾ ਕੁ ਹੈ ਲੱਗ ਜਾਏਗਾ, ਇੰਨੀਆਂ ਡੋਜ਼ਸ ਹੋ ਜਾਣਗੀਆਂ ਇੱਥੇ ਅਵੇਲੇਬਲ। ਸੋ ਇਹ ਜ਼ਰੂਰੀ ਹੈ, ਕਿਉਂਕਿ ਹਰਡ ਇਮਿਊਨਿਟੀ ਬਹੁਤ ਇੰਪੋਰਟੈਂਟ ਹੈ। ਹਰਡ ਇਮਿਊਨਿਟੀ ਤਾਂ ਹੀ ਹੋਏਗੀ ਜੇ ਅਸੀਂ 80% ਦੇ ਕਰੀਬ ਸਾਰੇ ਵੈਕਸੀਨ ਸਾਡੇ ਲੱਗ ਜੂਗਾ। ਇਹ ਉਹਨਾਂ ਮਰੀਜ਼ਾਂ ਨੂੰ ਵੀ ਲਵਾਉਣਾ, ਉਹਨਾਂ ਨੂੰ ਵੀ ਚਾਹੀਦਾ ਹੈ ਲਵਾਉਣਾ ਜਿਨ੍ਹਾਂ ਨੂੰ ਕੋਵਿਡ ਹੋ ਚੁੱਕੀ ਹੈ, ਕਿਉਂਕਿ ਉਹਦਾ ਕੋਈ ਪਤਾ ਨਹੀਂ। ਜਿਸ ਤਰ੍ਹਾਂ ਇਸ ਦਾ ਨਹੀਂ ਪਤਾ ਵੀ ਜਿਹੜੀ ਇਹਦਾ ਮਿਆਦ ਕਿੰਨੀ ਆ, ਕਿੰਨਾ ਚਿਰ ਇਹਦਾ ਅਸਰ ਰਹਿਣਾ ਹੈਗਾ। ਸੋ ਹੋ ਸਕਦਾ ਹੈ ਕੁਛ ਮਹੀਨਿਆਂ ਬਾਅਦ ਬੂਸਟਰ ਵੀ ਲਵਾਉਣੇ ਪੈਣ, ਜਿਵੇਂ ਕਿਉਂਕਿ ਇਸ ਵਕਤ ਸਾਰੇ ਜਿਹੜੇ ਵੈਕਸੀਨੇਸ਼ਨ ਜਿਨ੍ਹਾਂ ਦੀ ਆਲਰੇਡੀ ਹੈਗੀ ਅਵੇਲੇਬਲ, ਉਹ ਸਾਰੇ ਉਹ ਹੁਣ ਕੰਮ ਕਰ ਰਹੇ ਹੈਗੇ ਆ ਵੀ ਕਿੰਨਾ ਚਿਰ ਇਹਦਾ ਐਕਸ਼ਨ ਹੁੰਦਾ ਹੈਗਾ, ਅਤੇ ਨਾਲ ਜਿਹੜੀਆਂ ਦੂਜੀਆਂ ਡਿਫਰੈਂਟ ਸਟ੍ਰੇਨਸ ਆਈਆਂ ਵੀ ਉਹਨਾਂ ਦੇ ਲਈ ਕਵਰੇਜ ਲਈ ਬੂਸਟਰ ਜੇ ਕਿਤੇ ਲਵਾਉਣਾ ਪਿਆ। ਸੋ ਜਿਵੇਂ CDC ਵਾਲੇ ਜਿੱਦਾਂ ਸਰਕਾਰੀ ਜਿਹੜੇ ਹੈਲਥ ਡਿਪਾਰਟਮੈਂਟਸ ਨੇ, ਉਹ ਆਪਾਂ ਨੂੰ ਗਾਈਡਲਾਈਨਸ ਦਿੰਦੇ ਨੇ, ਸਾਨੂੰ ਉਹ ਕੈਰੀ ਔਨ ਕਰਨੀਆਂ ਚਾਹੀਦੀਆਂ ਆ, ਤਾਂ ਕਿ ਆਪਾਂ ਆਪਣਾ ਬਚਾਅ ਕਰ ਸਕੀਏ ਅਤੇ ਆਪਣੇ ਪਰਿਵਾਰ ਵਿੱਚ ਖੁਸ਼ੀ ਰਹੀਏ, ਅਤੇ ਨੋਰਮਲ ਤੌਰ ਤਰੀਕਿਆਂ ਵੱਲ ਛੇਤੀ ਆਈਏ, ਤਾਂ ਕਿ ਜਿਹੜੇ ਸਾਰੀਆਂ ਚੀਜ਼ਾਂ ਜਿਹੜੀਆਂ ਰੁਕੀਆਂ ਪਈਆਂ ਨੇ ਉਹ ਠੀਕ ਹੋ ਸਕਣ। ਅਗਰ ਕਿਸੇ ਗੁਰੂ ਘਰ ਨੂੰ ਜਾਂ ਕਿਸੇ ਨੂੰ ਵੀ ਕੋਈ ਮਾਸਕ ਵਗੈਰਾ ਦੀ ਪ੍ਰੋਬਲਮ ਹੈ, ਕਿਉਂਕਿ ਮਾਸਕ ਜਿਹੜੀ ਹੈ ਅਸੀਂ ਦੇਖਦੇ ਹਾਂ ਕਿ ਆਪਣੇ ਜਿਹੜੇ ਸਿੱਖ ਨੇ ਉਹ ਠਾਠੀ ਜੀ ਬੰਨ੍ਹ ਲੈਂਦੇ ਨੇ ਉਹਨੂੰ, ਤਾਂ ਉਹ ਪ੍ਰੋਟੈਕਸ਼ਨ ਨਹੀਂ ਕਰਦੀ ਤੁਹਾਨੂੰ, ਉਹ ਨਹੀਂ ਤੁਹਾਨੂੰ ਪ੍ਰੋਟੈਕਟ ਕਰਦੀ। ਸੋ ਪਲੀਜ਼
ਡਬਲ ਲੇਅਰਿੰਗ ਬਹੁਤ ਜ਼ਰੂਰੀ ਹੈ ਤੇ ਜਿਹੜੀ ਜੇ ਫਿਲਟਰ ਹੋਵੇ ਉਹ ਉਦੋਂ ਵੀ ਵਧੀਆ ਹੈ। ਅੱਜ ਕੱਲ੍ਹ ਤੇ ਕਾਫੀ ਮਾਸਕਸ ਮਿਲਦੀਆਂ, ਸਰਜੀਕਲ ਮਾਸਕ ਕਾਫੀ ਪ੍ਰੋਟੈਕਟਿਵ ਹੈਗੀਆਂ, ਉਹ ਮਿਲਦੀਆਂ ਹੈਗੀਆਂ। ਅਗਰ ਨਹੀਂ ਵੀ ਹੈ ਕਿਸੇ ਕੋਲ, ਜਿਸ ਤਰ੍ਹਾਂ ਪੱਗਾਂ ਵਾਲਿਆਂ ਨੂੰ ਥੋੜ੍ਹੀ ਜਿਹੀ ਔਖ ਹੁੰਦੀ ਹੈ, ਸਾਡੇ ਕੋਲ ਇਨਫ ਮਾਸਕਸ ਨੇ ਸਹਾਇਤਾ ਵਾਲੀ ਟੀਮ ਕੋਲ। ਅਗਰ ਕਿਸੇ ਨੂੰ ਵੀ ਚਾਹੀਦੀ ਹੋਵੇ, ਕਿਸੇ ਗੁਰੂ ਘਰ ਦੇ ਵਿੱਚ ਚਾਹੀਦੀ ਹੋਵੇ, ਕਿਸੇ ਥਾਂ 'ਤੇ ਵੀ ਆਪਣੇ ਲੋਕਾਂ ਨੂੰ ਚਾਹੀਦੀ ਹੋਵੇ, ਤਾਂ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਅਤੇ ਇੰਨਿਆਂ ਲਫ਼ਜ਼ਾਂ ਨਾਲ ਮੈਂ ਬਹੁਤ ਬਹੁਤ ਰਿਣੀ ਹਾਂ ਤੁਹਾਡਾ ਸਭ ਦਾ ਕਿ ਅਗਰ ਤੁਸੀਂ ਇਹ ਵੈਕਸੀਨ ਜਿਹੜੇ ਆ ਜਿਸ ਤਰ੍ਹਾਂ ਅਵੇਲੇਬਿਲਟੀ ਹੈ, ਜਿਸ ਤਰ੍ਹਾਂ ਤੁਹਾਡਾ ਏਜ ਗਰੁੱਪ ਆਉਂਦਾ, ਉਹ ਲਵਾਓ ਤਾਂ ਕਿ ਤੁਸੀਂ ਬਚ ਸਕੋ, ਹੋਰਾਂ ਨੂੰ ਬਚਾਓ ਅਤੇ ਆਪਣੀ ਜ਼ਿੰਦਗੀ ਜਿਹੜੀ ਹੈ ਨੋਰਮਲ ਵਾਲੇ ਪਾਸੇ ਨੂੰ ਲੈ ਕੇ ਆਓ। ਬਹੁਤ ਬਹੁਤ ਧੰਨਵਾਦ।